ਪ੍ਰਧਾਨ ਮੰਤਰੀ ਕਿਸੇ ਨੇ ਟਿਕਿਆ ਰਹਿਣਾ ਤਾਂ ਯੂਪੀ 'ਚ ਰਸਤਾ ਹੋ ਕੇ ਜਾਂਦਾ ਹੈ। ਡਰ ਹੈਗਾ ਸੀ ਬੀਜੇਪੀ ਨੂੰ, ਜੇ ਯੂਪੀ 'ਚ ਵੀ ਕਿਸਾਨ ਵਿਰੋਧ ਕਰਨਗੇ, ਜਥੇਬੰਦੀਆਂ ਵਿਰੋਧ ਕਰਨਗੀਆਂ, ਜੇ ਯੂਪੀ ਖਿਸਕ ਗਈ ਤਾਂ ਕਹਿੰਦੇ ਪ੍ਰਧਾਨ ਮੰਤਰੀ ਵੀ 2024 ਵਿੱਚ ਜਾਂਦੇ ਲੱਗਣੇ ਸੀ। ਇਹ ਤਾਂ ਤੁਹਾਡੇ ਕੋਲ ਗਿਆਨ ਹੋਣਾ, ਮੇਰੇ ਕੋਲ ਤਾਂ ਹੈ ਨਹੀਂ। ਔਰ ਨਾ ਹੀ ਕੋਈ ਜਿਹੜਾ ਰਾਜਨੀਤਿਕ ਹੈਗਾ ਉਹ ਕਹਿੰਦਾ, ਉਹ ਤਾਂ ਕਹਿੰਦੇ ਕਿ ਇਹ ਦੀਵਾਰ 'ਤੇ ਲਿਖਿਆ ਕਿ ਤੀਜੀ ਵਾਰ ਵੀ ਮੋਦੀ ਜੀ ਦੀ ਸਰਕਾਰ ਦੇਸ਼ 'ਚ ਬਣਨੀ ਹੈ। ਇਹ ਤਾਂ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਹੇ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਰਹੇ, ਪੰਜਾਬ ਨੂੰ ਇਹ ਲਾਂਬੂ ਲਾਉਣ ਲੱਗੇ ਹੋਏ ਸੀ ਉਹ ਨਾ ਲੱਗੇ। ਇਸ ਕਰਕੇ ਪੰਜਾਬ ਦਾ ਰੋਜ਼ ਤੁਹਾਨੂੰ ਪਤਾ ਸੈਂਕੜੇ ਕਰੋੜ ਦਾ ਤਾਂ ਨੁਕਸਾਨ ਹੁੰਦਾ ਅੰਦੋਲਨ ਦੀ ਵਜ੍ਹਾ ਕਰਕੇ। ਪੰਜਾਬ 'ਚੋਂ ਹੌਜ਼ਰੀ ਇੰਡਸਟਰੀ ਚਲੀ ਗਈ, ਪੰਜਾਬ 'ਚੋਂ ਲੈਦਰ ਇੰਡਸਟਰੀ ਪਲਾਇਨ ਕਰ ਗਈ, ਪੰਜਾਬ 'ਚੋਂ ਬਾਕੀ ਉਦਯੋਗ ਪਲਾਇਨ ਕਰ ਗਏ, ਪੰਜਾਬ 'ਚੋਂ ਇਨਵੈਸਟਮੈਂਟ ਚਲੀਆਂ ਗਈਆਂ, ਪੰਜਾਬ 'ਚ ਨਵੀਂ ਇਨਵੈਸਟਮੈਂਟ ਕੋਈ ਆ ਨਹੀਂ ਰਹੀ, ਤਰੱਕੀ ਕਿੱਥੋਂ ਹੋਣੀ। ਇਸ ਕਰਕੇ ਉਹ ਜ਼ਰੂਰੀ ਸੀ ਕਿ ਅੰਦੋਲਨ ਸਮਾਪਤ। ਹੁਣ ਜਿਵੇਂ ਜ਼ਿਕਰ ਕਰ ਰਹੀ ਸੀ, ਤੁਹਾਨੂੰ ਸਵੇਰ ਦੀਆਂ ਫੋਨ ਵੀ ਆਏ ਨੇ, ਫੋਨ ਕਾਲ 'ਚ ਕੀ ਧਮਕੀਆਂ ਵੀ ਆ ਰਹੀਆਂ ਨੇ? ਉਹ ਤਾਂ ਦੇਖੋ, ਜਿਹੜੇ ਬੰਦਿਆਂ ਨੇ ਤੁਹਾਨੂੰ ਮੈਂ ਦੱਸਿਆ ਨਾ ਵੀ ਜਿਹੜੇ ਟੈਰਰਿਸਟ ਨੇ ਜਾਂ ਜਿਹੜੇ ਮਾਓਵਾਦੀ ਨੇ ਜਾਂ ਜਿਹੜੇ ਨਕਸਲਾਈਟ ਨੇ, ਉਹਨਾਂ ਦਾ ਕੰਮ ਆ ਧਮਕੀਆਂ ਦੇਣਾ, ਉਹ ਤਾਂ ਦੇਣਗੇ। ਉਹ ਕਿਸਾਨ ਨਹੀਂ ਇਹ ਕੰਮ ਕਰਦਾ, ਇਹ ਤਾਂ ਕਿਸਾਨ ਦੇ ਨਾਂ 'ਤੇ ਇਹ ਕੰਮ ਚਲਾ ਰਹੇ ਸੀ, ਉਹ ਨਹੀਂ ਹੁਣ ਇਹਨਾਂ ਦਾ ਚੱਲਣਾ। ਗਲਤੀ ਕੁਛ ਨਹੀਂ ਹੋਈ, ਗਲਤੀ ਦੀ ਗੱਲ ਨਾ ਕਰੋ। ਗਲਤੀ ਤਾਂ ਕਾਨੂੰਨ ਬਹੁਤ ਅੱਛੇ ਸੀ, ਕਿਸਾਨ ਹਿੱਚ ਸੀ। ਅਸੀਂ ਗਲਤੀ ਇਹ ਹੋਈ ਕਿ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ, ਆਹ ਗਲਤੀ ਹੋਈ। ਤੁਹਾਡੇ ਕੋਲ ਵੀ ਗਲਤੀ, ਤੁਸੀਂ ਵੀ ਨਹੀਂ ਸਮਝਾ ਸਕੇ। ਠੀਕ ਹੈ, ਉਹਦੇ 'ਚ ਕੀ ਹੈ? ਅਸੀਂ ਆਪਦੀ ਗੱਲ ਕਹਿੰਦੇ ਰਹੇ, ਉਹਨਾਂ ਦੇ ਨਹੀਂ ਸਮਝ ਪਈ। ਉਹਨਾਂ ਨੇ ਇੰਨੀ ਕੜਵਾਹਟ ਭਰਤੀ, ਜਥੇਬੰਦੀਆਂ ਵਾਲਿਆਂ ਨੇ, ਕਾਂਗਰਸ ਵਾਲਿਆਂ ਨੇ, ਆਮ ਆਦਮੀ ਨੇ। ਹੁਣ ਕਾਂਗਰਸ ਆਮ ਆਦਮੀ ਇਹਨਾਂ ਨੇ ਤਾਂ ਹੁਣ ਵੀ ਨਹੀਂ ਸਮਝਣਾ, ਇਹ ਤਾਂ ਹੁਣ ਵੀ ਕਹਿੰਦੇ ਅਜੇ ਅੰਦੋਲਨ ਜਾਰੀ ਰੱਖਾਂਗੇ। ਪ੍ਰਧਾਨ ਮੰਤਰੀ ਦਾ ਫੈਸਲਾ ਜ਼ਰੂਰ ਆ, ਉਹਦਾ ਅਸੀਂ ਉਹਨਾਂ ਨੇ ਕਿਸਾਨਾਂ ਦਾ ਸਤਿਕਾਰ ਕੀਤਾ, ਔਰ ਡੈਮੋਕ੍ਰੇਸੀ ਸਟਰੈਂਥਨ ਹੋਈ ਹੈ ਇਹਦੇ ਨਾਲ, ਲੋਕਾਂ ਦੀ ਗੱਲ ਸੁਣੀ ਗਈ ਹੈ, ਅੰਦੋਲਨਕਾਰੀਆਂ ਦੀ ਗੱਲ ਸੁਣੀ ਗਈ ਹੈ, ਐਸੀ ਗੱਲ ਨਹੀਂ। ਇਹਦੇ ਨਾਲ ਲੋਕਤੰਤਰ ਟ੍ਰੈਡੀਸ਼ਨਸ ਤੇ ਬੇਸ ਕਰਦਾ, ਪਰੰਪਰਾਵਾਂ ਤੇ ਆਧਾਰਿਤ ਹੁੰਦਾ ਹੈ। ਉਹ ਲੋਕਤਾਂਤਰਿਕ ਪਰੰਪਰਾਵਾਂ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਆ, ਉਹ ਮਜ਼ਬੂਤ ਹੋਈਆਂ ਨੇ ਤੇ ਉਹਦੇ 'ਚ ਕਿਸੇ ਦੀ ਜਿੱਤ ਹਾਰ ਕੋਈ ਯੁੱਧ ਥੋੜ੍ਹਾ ਹੋ ਰਿਹਾ ਸੀ। ਇਹ ਕਾਂਗਰਸ ਜਾਂ ਆਮ ਆਦਮੀ ਸਾਡਾ ਸਮਰਥਨ ਕਰੂਗੀ ਕਿਤੇ, ਜਾਂ ਕਮਿਊਨਿਸਟ ਸਾਡਾ ਸਮਰਥਨ ਕਰਨਗੇ? ਉਹੀ ਲੋਕ ਤਾਂ ਸਾਡੇ ਵਿਰੋਧ 'ਚ ਨੇ, ਉਹਨਾਂ ਨੂੰ ਤਾਂ ਵਿਰੋਧ ਕਰਨਾ ਹੀ ਆ। ਉਹ ਤਾਂ ਉਸ ਕਿਸਾਨ ਦੀ ਜਿਹੜਾ ਖੇਤਾਂ ਦਾ ਕਿਸਾਨ ਆ, ਜਿਹੜਾ ਸੜਕਾਂ ਤੇ ਬੈਠਾ, ਜਿਹਨੂੰ ਗਲਤ ਸਮਝਾ ਕੇ ਲੈ ਆਏ, ਉਹਦੀ ਇੱਜ਼ਤ ਕੀਤੀ ਗਈ ਹੈ। ਇਹਨਾਂ ਨੂੰ ਤਾਂ ਵਿਰੋਧ ਅੱਗੇ ਵੀ ਕਰਨਾ, ਇਹ ਤਾਂ ਕਰਦੇ ਰਹਿਣ, ਇਹ ਤਾਂ ਸ਼ਾਇਦ ਅੰਦੋਲਨ ਵੀ ਨਾ ਖਤਮ ਕਰਨ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ 3 ਕਾਨੂੰਨ ਰੱਦ ਕਰ ਦਿੱਤੇ ਨੇ। ਉਸ ਤੋਂ ਬਾਵਜੂਦ ਵੀ ਜੋ 32 ਜਥੇਬੰਦੀਆਂ ਨੇ ਜਾਂ ਕਿਸਾਨੀ ਅੰਦੋਲਨ ਹੈ, ਉਹ ਕਹਿ ਰਹੇ ਕਿ ਜਦ ਤੱਕ ਪਾਰਲੀਮੈਂਟ ਵਿੱਚ ਕਾਨੂੰਨ ਰੱਦ ਨਹੀਂ ਹੁੰਦੇ, ਰਾਸ਼ਟਰਪਤੀ ਦੇ ਸਾਈਨ ਨਹੀਂ ਹੁੰਦੇ, ਤਦ ਤੱਕ ਕੋਈ ਵੀ ਵਾਪਸੀ ਨਹੀਂ ਹੋਏਗੀ। ਦੂਸਰੇ ਪਾਸੇ ਪ੍ਰਧਾਨ ਮੰਤਰੀ ਨੇ MSP ਨੂੰ ਲੈ ਕੇ ਕਿਹਾ ਕਿ ਇੱਕ ਕਮੇਟੀ ਗਠਿਤ ਕੀਤੀ ਜਾਏਗੀ, ਪਰ ਜੋ ਅੰਦੋਲਨ ਕਰ ਰਹੇ ਨੇ ਕਿਸਾਨ, ਉਹ ਕਹਿ ਰਹੇ ਨੇ ਕਿ ਜਦ ਤੱਕ MSP ਤੇ ਕੋਈ ਚਰਚਾ ਅੱਗੇ ਨਹੀਂ ਹੁੰਦੀ, ਉਸ ਸਮੇਂ ਤੱਕ ਵਾਪਸੀ ਨਹੀਂ ਹੋਏਗੀ। ਤਾਂ ਕਈ ਇਸ ਅੰਦੋਲਨ ਵਿੱਚ ਲਗਭਗ 1 ਸਾਲ ਹੋ ਗਿਆ, ਕਿਸਾਨ ਇੱਕੋ ਗੱਲ ਤੇ ਅੜੇ ਹੋਏ ਸੀ ਵੀ 3 ਕਾਲੇ ਕਾਨੂੰਨ ਵਾਪਸ ਕਰਵਾ ਕੇ ਜਾਣਗੇ। ਪਰ ਕਈ ਇਹੋ ਜਿਹੇ ਵਿਅਕਤੀ ਸਨ, ਜਿਸ ਵਿੱਚ ਹਰਜੀਤ ਗਰੇਵਾਲ ਵੀ ਸਨ, ਜਿਨ੍ਹਾਂ ਨੇ ਲਗਾਤਾਰ ਇੱਕ ਚੀਜ਼ ਰੱਖੀ ਸੀ ਵੀ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ। ਇਸ ਦੇ ਜੋ ਲੋਕਾਂ ਦੇ ਜਾਂ ਕਿਸਾਨਾਂ ਦੇ ਮਹੱਤਵਪੂਰਨ ਚੀਜ਼ਾਂ ਦੱਸਦੇ ਵੀ ਰਹੇ ਨੇ ਕਿ ਬਹੁਤ ਵਧੀਆ ਨੇ ਕਿਸਾਨਾਂ ਵਾਸਤੇ, ਪਰ ਕਿਸਾਨ ਕਹਿੰਦੇ ਅਸੀਂ ਇਸ ਕਾਲੇ ਕਾਨੂੰਨ ਨਾਲ ਸਹਿਮਤ ਨਹੀਂ ਹੈਗੇ। ਤਾਂ ਸਾਡੇ ਨਾਲ ਹਰਜੀਤ ਗਰੇਵਾਲ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਕੁਝ ਸਮਾਂ ਪਹਿਲਾਂ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਹੋਈ, ਜਾ ਕੇ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਹੋਈ। ਬਾਹਰ ਆ ਕੇ ਇਹਨਾਂ ਨੇ ਚਰਚਾ ਕੀਤੀ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇਗਾ, ਜੋ ਲਾਂਘਾ ਖੁੱਲ੍ਹਿਆ, ਪਰ ਕੀ ਵਾਕਈ ਅੰਦਰ ਜਾ ਕੇ ਕਾਲੇ ਕਾਨੂੰਨਾਂ ਤੇ ਜੋ ਕਿਸਾਨ ਕਹਿ ਰਹੇ ਨੇ ਉਸ 'ਤੇ ਵੀ ਚਰਚਾ ਹੋਈ ਸੀ। ਔਰ 1 ਸਾਲ ਤੋਂ ਕਿਸਾਨ ਕਹਿੰਦਾ ਆ ਰਿਹਾ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਔਰ ਹਰਜੀਤ ਗਰੇਵਾਲ ਵੀ 1 ਸਾਲ ਤੋਂ ਕਹਿ ਰਹੇ ਸੀ ਕਿ ਕਾਨੂੰਨ ਰੱਦ ਨਹੀਂ ਹੋਣੇ। ਸਾਡੇ ਨਾਲ ਮੌਜੂਦ ਨੇ BJP ਦੇ ਲੀਡਰ ਹਰਜੀਤ ਗਰੇਵਾਲ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, 1 ਸਾਲ ਹੋ ਗਏ, 1 ਸਾਲ ਤੋਂ ਜ਼ਿਆਦਾ ਜਦੋਂ ਦੇ ਕਾਨੂੰਨ ਆਏ, 5 ਜੂਨ 2020 ਵਿੱਚ ਕਾਨੂੰਨ ਆਏ ਸੀ, ਉਸ ਤੋਂ ਬਾਅਦ ਲੱਗਦਾ ਕਿਸਾਨ ਪ੍ਰੋਟੈਸਟ ਕਰਦੇ ਸੀ, ਜਥੇਬੰਦੀਆਂ 32 ਬਣ ਗਈਆਂ, ਉਹ ਵੀ ਦਿੱਲੀ ਪਹੁੰਚ ਗਏ। ਦਿੱਲੀ ਲਿਜਾ ਕੇ ਵੀ ਇੱਕੋ ਨਾਂ ਦਾ ਸੀ ਵੀ ਕਾਲੇ ਕਾਨੂੰਨ ਰੱਦ ਹੋਣਗੇ। ਉਹ ਇਸ ਗੱਲ ਤੇ ਅੜੇ ਦੇ ਕਾਲੇ ਕਾਨੂੰਨ ਰੱਦ ਹੋਣਗੇ, ਤੁਸੀਂ ਇਸ ਗੱਲ ਤੇ ਅੜੇ ਦੇ ਇਹ ਕਾਨੂੰਨ ਰੱਦ ਨਹੀਂ ਹੋਣੇ। ਹੁਣ ਕਾਨੂੰਨ ਰੱਦ ਹੋ ਗਏ ਨੇ। ਪਹਿਲੀ ਗੱਲ ਤਾਂ ਇਹ ਹੈ, ਮੈਨੂੰ ਇਸ ਗੱਲ ਤੇ ਇਤਰਾਜ਼ ਆ ਜਿਹੜਾ ਤੁਸੀਂ ਮੀਡੀਆ ਵਾਲੇ ਕਹਿੰਦੇ ਹੋ ਕਾਲੇ ਕਾਨੂੰਨ। ਨਹੀਂ, ਅਸੀਂ ਨਹੀਂ, ਕਿਸਾਨ ਕਹਿੰਦੇ 32 ਜਥੇ। ਉਹ ਗੱਲ ਸੁਣ ਲਓ, ਕਹੀ ਜਾਣ, ਉਹਨਾਂ ਨੂੰ ਆਪਦੀ ਗੱਲ ਕਹਿਣ ਦਿਓ, ਸਾਨੂੰ ਆਪਦੀ ਗੱਲ। ਇਹ ਕਾਨੂੰਨ ਕਿਸਾਨਾਂ ਦੇ ਹਿੱਤ ਸੀ, ਮੈਂ ਨਹੀਂ ਕਹਿ ਰਿਹਾ। ਸਵਾਮੀਨਾਥਨ ਕਹਿ ਰਹੇ ਨੇ, ਜਿਨ੍ਹਾਂ ਦੀ ਸਵਾਮੀਨਾਥਨ ਰਿਪੋਰਟ ਦੀ ਗੱਲ ਕਰਦੇ ਹੋ, ਬਹੁਤ ਬੜੇ ਮਾਹਿਰ ਨੇ ਐਗਰੀਕਲਚਰ ਦੇ, ਉਹ ਕਹਿ ਰਹੇ ਨੇ ਕਿ ਮੇਰੀਆਂ 80% ਤੋਂ ਵੱਧ ਗੱਲਾਂ ਇਹਨਾਂ ਕਾਨੂੰਨਾਂ 'ਚ ਨੇ।
ਸ਼ਾਮਲ ਨੇ। ਮੈਂ ਨਹੀਂ ਕਹਿ ਰਿਹਾ ਇਹ। ਤਾਂ ਕਾਨੂੰਨ ਕਿਸਾਨ ਹਿੱਤੂ ਸੀ, ਕਿਸਾਨ ਦੇ ਹੱਕ 'ਚ ਸੀ ਔਰ ਕਿਸਾਨ ਦੇ ਅੱਛੇ ਲਈ ਸੀ, ਭਲੇ ਲਈ ਸੀ, ਉਹਦੀ ਆਮਦਨ ਦੁੱਗਣੀ ਕਰਨ ਲਈ ਸੀ। ਉਸ ਦੇ ਬਾਵਜੂਦ ਵੀ ਅਸੀਂ ਖੇਤੀ ਕਾਨੂੰਨਾਂ ਨੂੰ ਸਮਝਾਉਣ 'ਚ ਇਹ ਕਿਸਾਨ ਦੇ ਭਲੇ 'ਚ ਨੇ, ਕਿਸਾਨ ਨੂੰ ਕਨਵਿੰਸ ਨਹੀਂ ਕਰ ਸਕੇ। ਜਿਹੜੇ ਕਮਿਊਨਿਸਟ, ਮਾਓਵਾਦੀ ਤੇ ਬਾਕੀ ਲੋਕ ਸੀ ਉਹ ਉਹਨਾਂ ਨੂੰ ਕਨਵਿੰਸ ਕਰ ਗਏ ਤੇ ਕਾਂਗਰਸ ਕਨਵਿੰਸ ਕਰ ਗਈ ਤੇ ਆਮ ਆਦਮੀ ਕਰ ਗਈ ਔਰ ਉਹਨਾਂ ਨੂੰ ਕਹਿਤਾ ਕਿ ਕਾਨੂੰਨਾਂ ਨੇ ਤੁਹਾਡੀਆਂ ਜ਼ਮੀਨਾਂ ਖੋ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀਆਂ ਨੇ। ਉਹ ਮਰਨ ਤੇ ਹੋ ਕੇ ਕਿਸਾਨ ਜਿਹੜਾ ਜੈਨੂਨ ਕਿਸਾਨ ਸੜਕਾਂ ਤੇ ਬੈਠ ਗਿਆ। ਇਹ ਅੰਦੋਲਨ ਕਿਸਾਨ ਜਥੇਬੰਦੀਆਂ ਦਾ ਸੀ, ਕਾਂਗਰਸ ਔਰ ਆਮ ਆਦਮੀ ਦੇ ਸਮਰਥਿਤ ਸੀਗਾ ਤੇ ਉਹ ਸਾਡੀ ਕਮੀ ਇਹ ਰਹੀ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਕਿ ਕਾਨੂੰਨ ਅੱਛੇ। ਅੱਛਾ, ਡੈਮੋਕ੍ਰੇਸੀ ਦੀ ਇਹੀ ਖੂਬਸੂਰਤੀ ਹੈ ਕਿ ਕੋਈ ਕਿਸੇ ਦਾ ਵਿਰੋਧ ਕਰ ਸਕਦਾ ਸ਼ਾਂਤਮਈ ਤਰੀਕੇ ਨਾਲ, ਕੋਈ ਅੰਦੋਲਨ ਕਰ ਸਕਦਾ ਸ਼ਾਂਤਮਈ ਤਰੀਕੇ ਨਾਲ, ਜੋ ਮਰਜ਼ੀ ਕਿਸੇ ਦਾ ਵੀ ਵਿਰੋਧ ਕਰੇ। ਮਰਿਆਦਾ ਦਾ ਪਾਲਣ ਹੋਣਾ ਚਾਹੀਦਾ, ਉਹ ਵਿੱਚ ਨਹੀਂ ਵੀ ਹੋਇਆ। ਪਰ ਪ੍ਰਧਾਨ ਮੰਤਰੀ ਜੀ ਨੇ ਉਹ ਕਿਸਾਨ ਜਿਹੜਾ ਜੈਨੂਨ ਸੜਕਾਂ ਤੇ ਬੈਠਾ ਉਸ ਦਾ ਸਤਿਕਾਰ ਕੀਤਾ ਔਰ ਉਹਨਾਂ ਦੀ ਗੱਲ ਮੰਨ ਕੇ ਕਾਨੂੰਨ ਵਾਪਸ ਲੈਣੇ ਦਾ ਐਲਾਨ ਕਰਤਾ। ਔਰ ਦੂਸਰਾ, ਕਿਸਾਨ ਜਿਹੜੇ ਆ ਉਹਨਾਂ ਨੂੰ ਜਦੋਂ ਇਹ ਸਾਰੀ ਗੱਲ ਸਮਝ ਆਏਗੀ, ਉਹ ਇਹ ਜਿਹੜੇ ਕਿਸਾਨ ਲੀਡਰ ਨੇ ਜਥੇਬੰਦੀਆਂ ਦੇ, ਇਹਨਾਂ ਦੇ ਜ਼ਰੂਰ ਖਿਲਾਫ ਹੋਣਗੇ। ਮੈਂ ਤੁਹਾਨੂੰ ਅੱਜ ਵੀ ਦੱਸ ਰਿਹਾ। ਠੀਕ ਹੈ, ਮੈਂ ਇਸ ਸਵਾਲ ਦੀ ਆਪਾਂ ਚਰਚਾ ਕਰਾਂਗੇ। ਪਰ ਸਵਾਲ ਅਹਿਮ ਇਹ ਹੈ ਕਿ ਅੱਜ ਦੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ। ਅੱਜ ਦੇ ਦਿਨ ਨਰਿੰਦਰ ਮੋਦੀ ਖੁਦ ਲਾਈਵ ਹੋ ਕੇ ਗੱਲ ਕਹਿੰਦੇ ਨੇ ਵੀ ਕਾਲੇ ਕਾਨੂੰਨ ਰੱਦ ਹੋ ਗਏ ਨੇ। ਜੋ 3 ਕਾਨੂੰਨ ਸੀ ਕ੍ਰਿਸ਼ੀ ਕਾਨੂੰਨ, ਉਹ ਰੱਦ ਹੋ ਗਏ ਨੇ। ਤੁਸੀਂ ਮਨਾ ਕਰਦੇ ਆਏ ਸੀ ਹਮੇਸ਼ਾ ਕਾਨੂੰਨ ਰੱਦ ਨਹੀਂ ਹੋਣੇ। ਤੁਸੀਂ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨਾਲ, ਅਮਿਤ ਸ਼ਾਹ ਨਾਲ, ਕੀ ਚਰਚਾ ਹੋਈ ਇਸ ਚੀਜ਼ ਉੱਤੇ? ਤੁਸੀਂ ਪਹਿਲਾਂ ਆ ਕੇ ਦੱਸਿਆ ਸੀ ਵੀ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਵਾਲਾ, ਫਿਰ ਚਰਚਾ ਹੋਈ ਸੀ ਕਾਨੂੰਨਾਂ ਨੂੰ ਲੈ ਕੇ ਅੰਦਰ? ਜੋ ਵੀ ਚਰਚਾ ਸਾਡੀ ਹੁੰਦੀ ਹੈ ਉਹ ਚਰਚਾ ਪਬਲਿਕ ਕਰਨ ਵਾਸਤੇ ਨਹੀਂ ਹੁੰਦੀ। ਅਸੀਂ ਜ਼ਰੂਰ, ਸਾਡੀ ਇੱਕ ਪੱਧਤੀ ਹੈ ਕੰਮ ਕਰਨ ਦੀ, ਜ਼ਰੂਰ ਸਾਡੀ ਪਾਰਟੀ 'ਚ ਨੀਚੇ ਤੋਂ ਲੈ ਕੇ ਉੱਪਰ ਤੱਕ ਸਲਾਹ ਮਸ਼ਵਰੇ ਹੁੰਦੇ ਆ, ਰਾਏ ਲਈ ਜਾਂਦੀ ਹੈ ਔਰ ਉਸ ਰਾਏ ਦਾ ਸਤਿਕਾਰ ਤੇ ਸਨਮਾਨ ਵੀ ਹੁੰਦਾ। ਫਿਰ ਬੜੇ ਚਰਚਿਆਂ ਤੋਂ ਬਾਅਦ ਹੀ ਫੈਸਲੇ ਹੁੰਦੇ ਆ। ਸਾਡੇ ਇੱਕਦਮ ਕੋਈ ਫੈਸਲਾ ਨਹੀਂ ਹੁੰਦਾ। ਇੱਕ ਚੀਜ਼ ਹੋਰ ਸਮਝ ਲਓ, ਇੱਕਦਮ ਫੈਸਲਾ ਨਹੀਂ ਸੀ ਪ੍ਰਧਾਨ ਮੰਤਰੀ ਦਾ? ਨਹੀਂ, ਪ੍ਰਧਾਨ ਮੰਤਰੀ ਦਾ ਫੈਸਲਾ ਜ਼ਰੂਰ ਆ ਉਹਦਾ। ਅਸੀਂ, ਉਹਨਾਂ ਨੇ ਕਿਸਾਨਾਂ ਦਾ ਸਤਿਕਾਰ ਕੀਤਾ ਔਰ ਡੈਮੋਕ੍ਰੇਸੀ ਸਟਰੈਂਥਨ ਹੋਈ ਹੈ ਇਹਦੇ ਨਾਲ। ਲੋਕਾਂ ਦੀ ਗੱਲ ਸੁਣੀ ਗਈ ਹੈ, ਅੰਦੋਲਨਕਾਰੀਆਂ ਦੀ ਗੱਲ ਸੁਣੀ ਗਈ ਹੈ, ਐਸੀ ਗੱਲ ਨਹੀਂ ਹੈ। ਤੇ ਉਹ ਤਾਂ ਇੱਕ ਅੱਛੀ ਗੱਲ ਆ। ਇਹਦੇ ਨਾਲ ਲੋਕਤੰਤਰ ਟ੍ਰੈਡੀਸ਼ਨਸ ਤੇ ਬੇਸ ਕਰਦਾ, ਪਰੰਪਰਾਵਾਂ ਤੇ ਆਧਾਰਿਤ ਹੁੰਦਾ ਹੈ। ਉਹ ਲੋਕਤਾਂਤਰਿਕ ਪਰੰਪਰਾਵਾਂ, ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਆ, ਉਹ ਮਜ਼ਬੂਤ ਹੋਈਆਂ ਨੇ। ਤੇ ਉਹਦੇ 'ਚ ਕਿਸੇ ਦੀ ਜਿੱਤ ਹਾਰ ਕੋਈ ਯੁੱਧ ਥੋੜ੍ਹਾ ਹੋ ਰਿਹਾ ਸੀ ਬਈ। ਉਹਦੇ 'ਚ ਸਮਝ ਆ, ਉਹਨਾਂ ਦੀ ਸਮਝ ਨਹੀਂ ਆਇਆ, ਸਾਡੀ ਸਮਝ ਸੀਗਾ। ਅਸੀਂ ਇਹਨਾਂ ਨੂੰ ਚੰਗੇ ਕਹਿੰਦੇ ਸੀ, ਉਹ ਮਾੜੇ ਕਹਿੰਦੇ ਸੀ। ਇਹਦੇ 'ਚ ਕੀ ਹੈ? ਹੁਣ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਵੀ ਠੀਕ ਹੈ ਗਲਤੀ ਹੋਈ ਹੈ, ਗਲਤੀ ਵੀ ਤਾਂ ਮੰਨੀ ਨਾ, ਫਿਰ ਤੁਸੀਂ ਗਲਤੀ ਮੰਨਦੇ ਹੋ? ਉਹਨਾਂ ਨੇ ਕਿਹਾ ਗਲਤੀ, ਪ੍ਰਧਾਨ ਦੇਖੋ, ਐਵੇਂ ਮੇਰੇ ਮੂੰਹ 'ਚ ਪਾ ਕੇ ਨਾ ਗੱਲ ਕਹੋ। ਪ੍ਰਧਾਨ ਮੰਤਰੀ ਨੇ ਉਹ ਗਲਤੀ ਨਹੀਂ ਕਿਹਾ। ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਰਹੇ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ, ਕਿਉਂਕਿ ਉਹਨਾਂ ਨੂੰ ਸੜਕਾਂ ਤੇ ਇੰਨੀ ਦੇਰ ਬੈਠਣਾ ਪਿਆ। ਗਲਤੀ ਕੁਛ ਨਹੀਂ ਹੋਈ, ਗਲਤੀ ਦੀ ਗੱਲ ਨਾ ਕਰੋ। ਗਲਤੀ ਤਾਂ ਕਾਨੂੰਨ ਬਹੁਤ ਅੱਛੇ ਸੀ, ਕਿਸਾਨ ਹਿੱਤ ਸੀ। ਅਸੀਂ ਗਲਤੀ ਇਹ ਹੋਈ ਕਿ ਅਸੀਂ ਉਹਨਾਂ ਨੂੰ ਸਮਝਾ ਨਹੀਂ ਸਕੇ, ਆਹ ਗਲਤੀ ਹੋਈ। ਫਿਰ ਤੁਹਾਡੇ ਕੋਲ ਵੀ ਗਲਤੀ, ਤੁਸੀਂ ਵੀ ਨਹੀਂ ਸਮਝਾ ਸਕੇ। ਠੀਕ ਹੈ, ਉਹਦੇ 'ਚ ਕੀ ਹੈ? ਅਸੀਂ ਆਪਦੀ ਗੱਲ ਕਹਿੰਦੇ ਰਹੇ, ਉਹਨਾਂ ਦੀ ਨਹੀਂ ਸਮਝ ਪਈ। ਉਹਨਾਂ ਨੇ ਇੰਨੀ ਕੜਵਾਹਟ ਭਰਤੀ, ਜਥੇਬੰਦੀਆਂ ਵਾਲਿਆਂ ਨੇ, ਕਾਂਗਰਸ ਵਾਲਿਆਂ ਨੇ, ਆਮ ਆਦਮੀ ਨੇ। ਹੁਣ ਕਾਂਗਰਸ, ਆਮ ਆਦਮੀ, ਇਹਨਾਂ ਨੇ ਤਾਂ ਹੁਣ ਵੀ ਨਹੀਂ ਸਮਝਣਾ। ਇਹ ਤਾਂ ਹੁਣ ਵੀ ਕਹਿੰਦੇ ਅਜੇ ਅੰਦੋਲਨ ਜਾਰੀ ਰੱਖਾਂਗੇ। ਇਹਨਾਂ ਨੂੰ ਤਾਂ ਕਿਸਾਨ ਦਾ ਮੋਢਾ ਲੱਭ ਗਿਆ ਸੀ ਤੇ ਇਹ ਪ੍ਰਧਾਨ ਮੰਤਰੀ ਦਾ, ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਸੀ। ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਸੀ, ਉਹ ਮੁੱਦਾ ਇਹਨਾਂ ਨੂੰ ਲੱਭ ਗਿਆ। ਹੁਣ ਇਹਨਾਂ ਕੋਲੋਂ ਖੁੱਸ ਰਿਹਾ, ਇਹ ਸੋਚ ਰਿਹਾ ਕੀ ਕਰਾਂਗੇ ਅਸੀਂ। ਇਹ ਡਰ ਤਾਂ ਨਹੀਂ ਗਾ ਬੀਜੇਪੀ ਨੂੰ ਕਿ 5 ਸਟੇਟਾਂ ਵਿੱਚ ਚੋਣਾਂ ਨੇ 2022 ਦੇ ਵਿੱਚ, ਜੇ ਕਿਸਾਨ ਉੱਥੇ ਵੀ ਵਿਰੋਧ ਕਰ ਦਿੰਦੇ, ਵੋਟ ਦੀ ਚੋੜ ਜੋ ਬੰਗਾਲ 'ਚ ਕੀਤੀ ਹੈ, ਬੀਜੇਪੀ ਹਾਰ ਜਾਂਦੀ ਹੈ, ਜੇ 5 ਸਟੇਟਾਂ ਵਿੱਚ ਕਹਿ ਦਿੰਦੀ ਕਿਸਾਨ ਜਥੇਬੰਦੀਆਂ ਜਾ ਕੇ ਬੀਜੇਪੀ ਦਾ ਬਾਈਕਾਟ ਕਰੋ, ਉਸ ਤੋਂ ਘਬਰਾਹਟ ਮਹਿਸੂਸ ਹੋਈ ਹੈ ਬੀਜੇਪੀ ਨੂੰ? ਯਾਰ ਤੁਸੀਂ ਕੀ ਸਮਝਦੇ ਹੋ ਅਸੀਂ ਇੰਨੇ ਅਣਜਾਣ? ਇਹ ਕਾਂਗਰਸ ਜਾਂ ਆਮ ਆਦਮੀ ਸਾਡਾ ਸਮਰਥਨ ਕਰੂਗੀ ਕਿਤੇ, ਜਾਂ ਕਮਿਊਨਿਸਟ ਸਾਡਾ ਸਮਰਥਨ ਕਰਨਗੇ? ਉਹੀ ਲੋਕ ਤਾਂ ਸਾਡੇ ਵਿਰੋਧ 'ਚ ਨੇ, ਉਹਨਾਂ ਨੂੰ ਤਾਂ ਵਿਰੋਧ ਕਰਨਾ ਹੀ ਆ। ਉਹ ਤਾਂ ਉਸ ਕਿਸਾਨ ਦੀ ਜਿਹੜਾ ਖੇਤਾਂ ਦਾ ਕਿਸਾਨ ਆ, ਜਿਹੜਾ ਸੜਕਾਂ ਤੇ ਬੈਠਾ, ਜਿਹਨੂੰ ਗਲਤ ਸਮਝਾ ਕੇ ਲੈ ਆਏ, ਉਹਦੀ ਇੱਜ਼ਤ ਕੀਤੀ ਗਈ ਹੈ। ਇਹਨਾਂ ਨੂੰ ਤਾਂ ਵਿਰੋਧ ਅੱਗੇ ਵੀ ਕਰਨਾ, ਇਹ ਤਾਂ ਕਰਦੇ ਰਹਿਣ। ਇਹ ਤਾਂ ਸ਼ਾਇਦ ਅੰਦੋਲਨ ਵੀ ਨਾ ਖਤਮ ਕਰਨ, ਉਹ ਗੱਲ ਅਲੱਗ ਆ। ਇਹ ਡਰ ਹੈਗਾ ਸੀ ਮਨ ਵਿੱਚ 5 ਸਟੇਟਾਂ ਦੀ? ਇਹਨਾਂ ਚੀਜ਼ਾਂ ਦਾ ਕੋਈ, ਅਸੀਂ ਯਾਰ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ, ਲੋਕਤੰਤਰ ਇਹਦੇ ਜਿੱਤ ਹਾਰ ਹੁੰਦੀ ਰਹਿੰਦੀ ਆ। ਦੂਜਿਆਂ ਨੂੰ ਵੀ ਰਾਜ ਕਰਨ ਦਾ ਅਧਿਕਾਰ ਆ, ਸਾਨੂੰ ਵੀ ਹੈਗਾ, ਤੇ ਜਿਹਨੂੰ ਲੋਕ ਚੁਣਨਗੇ ਉਹੀ ਤਾਂ ਆਏਗਾ। ਇਹਦੇ 'ਚ ਕੀ ਡਰ? ਇਹ ਪਤਾ ਨਹੀਂ ਆਪਾਂ ਕਿਹੜੀਆਂ ਗੱਲਾਂ 'ਚ ਪੈ ਜਾਂਦੇ ਆ। ਇਹ ਗੱਲਾਂ ਨਹੀਂ ਹੈ, ਇਹਦਾ ਕੋਈ ਸਾਨੂੰ ਫਰਕ ਨਹੀਂ ਪੈਂਦਾ।
ਤੁਸੀਂ ਹੁਣ ਜਿਵੇਂ ਜ਼ਿਕਰ ਕਰ ਰਹੀ ਸੀ, ਤੁਹਾਨੂੰ ਸਵੇਰ ਦੀਆਂ ਫੋਨ ਵੀ ਆਏ ਨੇ, ਫੋਨ ਕਾਲ 'ਚ ਕੀ ਧਮਕੀਆਂ ਵੀ ਆ ਰਹੀਆਂ ਨੇ? ਵੀ ਉਹ ਤਾਂ ਦੇਖੋ, ਜਿਹੜੇ ਬੰਦਿਆਂ ਨੇ ਤੁਹਾਨੂੰ ਮੈਂ ਦੱਸਿਆ ਨਾ ਵੀ ਜਿਹੜੇ ਟੈਰਰਿਸਟ ਨੇ ਜਾਂ ਜਿਹੜੇ ਮਾਓਵਾਦੀ ਨੇ ਜਾਂ ਜਿਹੜੇ ਨਕਸਲਾਈਟ ਨੇ, ਉਹਨਾਂ ਦਾ ਕੰਮ ਆ ਧਮਕੀਆਂ ਦੇਣਾ, ਉਹ ਤਾਂ ਦੇਣਗੇ। ਉਹ ਕਿਸਾਨ ਨਹੀਂ ਇਹ ਕੰਮ ਕਰਦਾ, ਇਹ ਤਾਂ ਕਿਸਾਨ ਦੇ ਨਾਂ ਤੇ ਇਹ ਕੰਮ ਚਲਾ ਰਹੇ ਸੀ, ਉਹ ਨਹੀਂ ਹੁਣ ਇਹਨਾਂ ਦਾ ਚੱਲਣਾ। ਹੁਣ ਸਿੱਧੇ ਆਇਡੈਂਟੀਫਾਈ ਹੋਣਗੇ। ਗੱਲ ਆ ਹੈਗੀ ਆ, ਉਹ ਉਹਨਾਂ ਚੀਜ਼ਾਂ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਪੀਐਮ ਸਾਹਿਬ ਨੇ ਅੱਜ ਜ਼ਿਕਰ ਕਰ ਦਿੱਤਾ ਹੈ, ਕਿ ਹੁਣ ਵੀ ਜਥੇਬੰਦੀਆਂ ਕਹਿ ਰਹੀਆਂ ਨੇ ਵੀ ਅਸੀਂ ਨਹੀਂ ਜਾਣਾ ਜਦ ਤੱਕ 29 ਤਰੀਕ ਨੂੰ ਸੈਸ਼ਨ ਲੱਗਣਾ, ਉਸ ਤੋਂ ਬਾਅਦ ਜਦ ਤੱਕ ਸਾਈਨ ਨਹੀਂ ਹੁੰਦੇ, ਜਦ ਤੱਕ ਰਾਸ਼ਟਰਪਤੀ ਸਾਈਨ ਨਹੀਂ ਕਰਦੇ, ਅਸੀਂ ਹਾਲੇ ਤੱਕ ਉੱਥੇ ਹੀ ਬੈਠਣਾ। ਇਹਨਾਂ ਨੇ 2024 ਤੱਕ ਉੱਥੇ ਹੀ ਬੈਠਣਾ, ਜਿਹੜੇ ਇਹਨੇ ਬੈਠਣਾ ਚਾਹੁੰਦੇ ਆ। ਤੇ ਉਹ ਲੋਕਾਂ ਨੇ ਆਇਡੈਂਟੀਫਾਈ ਕਰ ਲੈਣੇ। ਕਿਸਾਨ ਜਿਹੜੇ ਆ ਨਾ, ਜੈਨੂਨ ਕਿਸਾਨ ਆ ਜਿਹੜਾ, ਉਹ ਦੇਸ਼ ਭਗਤ ਆ। ਉਹਨਾਂ ਨੇ ਇਹਨਾਂ ਨੂੰ ਡੰਡੇ ਲੈ ਕੇ ਲੱਭਦੇ ਫਿਰਨਾ। ਇਹ ਚਿੰਤਾ ਨਾ ਕਰਨ, ਇਹਨਾਂ ਦਾ ਸਮਾਂ ਆ ਗਿਆ। ਤੇ ਜਿਹੜਾ ਜਿਸ ਚੀਜ਼ ਦਾ ਅੰਦੋਲਨ ਸੀ ਉਹ ਤਾਂ ਖਤਮ ਹੋ ਗਿਆ। ਹੁਣ ਤਾਂ ਅੰਦੋਲਨ ਲਈ ਅੰਦੋਲਨ ਕਰਨਾ ਇਹਨਾਂ ਨੇ, ਜਿਵੇਂ ਪਹਿਲਾਂ ਕਰ ਰਹੇ ਸੀ। ਇਹਨਾਂ ਦਾ ਤਾਂ ਪਹਿਲਾਂ ਵੀ ਕਿਸਾਨ ਦੀਆਂ ਹਿੱਤਾਂ ਦਾ ਪੂਰਕ ਨਹੀਂ ਸੀ ਅੰਦੋਲਨ। ਉਹ ਤਾਂ ਕਿਸਾਨ ਬੈਠਾ ਸੀ ਜੈਨੂਨ, ਇਸ ਕਰਕੇ ਚੱਲ ਰਿਹਾ ਸੀ ਇਹਨਾਂ ਦੀ ਦੁਕਾਨ। ਹੁਣ ਇਹਨਾਂ ਦੀ ਦੁਕਾਨ ਤਾਂ ਬੰਦ ਹੋਊਗੀ। 2022 ਦੇ ਵਿੱਚ ਯੂਪੀ 'ਚ ਚੋਣਾਂ ਨੇ, ਕਹਿੰਦੇ ਵੀ ਜੇ ਪ੍ਰਧਾਨ ਮੰਤਰੀ ਕਿਸੇ ਨੇ ਟਿਕਿਆ ਰਹਿਣਾ ਤਾਂ ਯੂਪੀ 'ਚ ਰਸਤਾ ਹੋ ਕੇ ਜਾਂਦਾ ਹੈ। ਡਰ ਹੈਗਾ ਸੀ ਬੀਜੇਪੀ ਨੂੰ, ਜੇ ਯੂਪੀ 'ਚ ਵੀ ਕਿਸਾਨ ਵਿਰੋਧ ਕਰਨਗੇ, ਜਥੇਬੰਦੀਆਂ ਵਿਰੋਧ ਕਰਨਗੀਆਂ, ਜੇ ਯੂਪੀ ਖਿਸਕ ਗਈ ਤਾਂ ਕਹਿੰਦੇ ਪ੍ਰਧਾਨ ਮੰਤਰੀ ਵੀ 2024 ਵਿੱਚ ਜਾਂਦੇ ਲੱਗਣੇ ਸੀ। ਪਤਾ ਨਹੀਂ ਤੁਹਾਡੇ ਕੋਲ ਕਿੱਥੋਂ ਸੂਚਨਾਵਾਂ ਆ ਜਾਂਦੀਆਂ ਨੇ। ਇਹ ਤਾਂ ਤੁਹਾਡੇ ਕੋਲ ਗਿਆਨ ਹੋਣਾ, ਮੇਰੇ ਕੋਲ ਤਾਂ ਹੈ ਨਹੀਂ। ਔਰ ਨਾ ਹੀ ਕੋਈ ਜਿਹੜਾ ਰਾਜਨੀਤਿਕ ਹੈਗਾ ਉਹ ਕਹਿੰਦਾ। ਉਹ ਤਾਂ ਕਹਿੰਦੇ ਕਿ ਇਹ ਦੀਵਾਰ 'ਤੇ ਲਿਖਿਆ ਕਿ ਤੀਜੀ ਵਾਰ ਵੀ ਮੋਦੀ ਜੀ ਦੀ ਸਰਕਾਰ ਦੇਸ਼ 'ਚ ਬਣਨੀ ਹੈ। ਉਹ ਤਾਂ ਇਹੀ ਕਹਿੰਦੇ ਆ। ਪੰਜਾਬ 'ਚ ਬਣ ਜੂਗੀ ਹੁਣ ਸਰਕਾਰ, ਹੁਣ ਤਾਂ ਅੰਦੋਲਨ ਵੀ ਖਤਮ ਹੋ ਜਾਊਗਾ। ਪੰਜਾਬ ਦਾ ਤੁਸੀਂ ਸਮਝ ਨਹੀਂ ਰਹੇ। ਅਸੀਂ ਸਰਕਾਰ ਬਣਾਉਣ ਲਈ ਨਹੀਂ ਕੁਝ ਵੀ ਕੀਤਾ। ਇਹ ਬੜੀ ਗਲਤਫਹਿਮੀ ਹੈ। ਇਹ ਤਾਂ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਹੇ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਰਹੇ। ਪੰਜਾਬ ਨੂੰ ਇਹ ਲਾਂਬੂ ਲਾਉਣ ਲੱਗੇ ਹੋਏ ਸੀ, ਉਹ ਨਾ ਲੱਗੇ। ਇਸ ਕਰਕੇ ਪੰਜਾਬ ਦਾ ਰੋਜ਼ ਤੁਹਾਨੂੰ ਪਤਾ ਸੈਂਕੜੇ ਕਰੋੜ ਦਾ ਤਾਂ ਨੁਕਸਾਨ ਹੁੰਦਾ ਅੰਦੋਲਨ ਦੀ ਵਜ੍ਹਾ ਕਰਕੇ। ਪੰਜਾਬ 'ਚੋਂ ਹੌਜ਼ਰੀ ਇੰਡਸਟਰੀ ਚਲੀ ਗਈ, ਪੰਜਾਬ 'ਚੋਂ ਲੈਦਰ ਇੰਡਸਟਰੀ ਪਲਾਇਨ ਕਰ ਗਈ, ਪੰਜਾਬ 'ਚੋਂ ਬਾਕੀ ਉਦਯੋਗ ਪਲਾਇਨ ਕਰ ਗਏ, ਪੰਜਾਬ 'ਚੋਂ ਇਨਵੈਸਟਮੈਂਟ ਚਲੀਆਂ ਗਈਆਂ। ਪੰਜਾਬ 'ਚ ਨਵੀਂ ਇਨਵੈਸਟਮੈਂਟ ਕੋਈ ਆ ਨਹੀਂ ਰਹੀ, ਤਰੱਕੀ ਕਿੱਥੋਂ ਹੋਣੀ ਹੈ? ਇਸ ਕਰਕੇ ਉਹ ਜ਼ਰੂਰੀ ਸੀ ਕਿ ਇਹ ਅੰਦੋਲਨ ਸਮਾਪਤ ਹੋ। ਤੁਸੀਂ ਕਿਹਾ ਵੀ ਪ੍ਰਧਾਨ ਮੰਤਰੀ ਨੇ ਉਹਨਾਂ ਕਿਸਾਨਾਂ ਤੋਂ ਮਾਫੀ ਮੰਗੀ ਜੋ ਸੜਕ ਤੇ ਬੈਠੇ ਸੀ, ਫਿਰ ਤੁਸੀਂ ਵੀ ਉਹਨਾਂ ਕਿਸਾਨਾਂ ਤੋਂ ਮਾਫੀ ਮੰਗਦੇ ਹੋ ਜਿਹੜੇ ਸੜਕ ਤੇ ਬੈਠੇ ਸੀ? ਅਰੇ ਬਈ, ਮੈਂ ਕਿਉਂ ਨਹੀਂ ਮੰਗਦਾ? ਮੈਂ ਤਾਂ, ਮੇਰੇ ਤਾਂ ਭੈਣ ਭਰਾ ਹੀ ਨੇ ਉਹ, ਉਹਨਾਂ ਕਰਕੇ ਤਾਂ ਮੈਂ ਔਖਾ ਬੋਲਦਾ ਸੀ ਕਿ ਬਾਈ ਇਹਨਾਂ ਨੂੰ ਸੜਕਾਂ ਤੇ ਕੋਈ ਮੁੱਦਾ ਹੈ ਨਹੀਂਗਾ, ਇਹਨਾਂ ਨੂੰ ਤੁਸੀਂ ਬਿਠਾ ਰੱਖਿਆ ਲਿਆ ਕੇ ਗਲਤ ਸਮਝਾ ਕੇ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ। ਇਹ ਕੰਮ ਕਿਉਂ ਕਰ ਰਹੇ ਹੋ? ਆਹ ਸੀਗੀ ਗੱਲ ਉਹਨਾਂ ਕੋਲੋਂ, ਕਿ ਉਹ ਤਾਂ ਮੇਰੇ ਆਪਣੇ ਆ। ਮਾਫੀ ਮੰਗਦੇ ਹੋ? ਲਓ ਜੀ, ਮਾਫੀ ਮੰਗਣ ਨੂੰ ਮੈਨੂੰ ਕੀ ਆ? ਮੇਰੇ ਬੜੇ ਨੇ, ਬਜ਼ੁਰਗ ਨੇ, ਉਹਨਾਂ 'ਚ ਉਹਨਾਂ ਤੋਂ ਮਾਫੀ ਮੰਗਣ ਨੂੰ ਕੀ ਆ? ਤੁਸੀਂ ਕਿਉਂ ਇਦਾਂ ਦੀਆਂ ਗੱਲ ਕਰਦੇ ਹੋ? ਮੈਂ ਤਾਂ ਦੇਖੋ, ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਧਰਤੀ ਪਾਓ। ਸਾਡੀ ਸਰਕਾਰ ਔਰ ਸਾਡੇ ਪ੍ਰਧਾਨ ਮੰਤਰੀ ਉਸੇ ਨੂੰ ਮੁੱਖ ਰੱਖ ਕੇ ਕੰਮ ਕਰਦੇ ਆ। ਸਾਨੂੰ ਮਾਫੀ ਮੰਗਣ 'ਚ ਉਹਨਾਂ ਤੋਂ ਕੁਝ ਨਹੀਂ। ਤੇ ਉਹ ਤਾਂ ਸਾਡੇ ਕਿਰਤੀ ਕੰਮ ਹੈ। ਮਜ਼ਦੂਰ, ਕਿਸਾਨ ਸਾਰੇ ਸਾਡੇ ਪੂਜਾ ਦੇ ਕਾਬਲ ਨੇ। ਉਹ ਨਹੀਂ ਗੱਲ ਹੈ। ਉਹਨਾਂ ਨੂੰ ਗਲਤ ਸਮਝਾ ਕੇ ਉੱਥੇ ਜਿਨ੍ਹਾਂ ਨੇ ਬਿਠਾਇਆ, ਮੈਨੂੰ ਗੁੱਸਾ ਉਹਨਾਂ 'ਤੇ ਹੈ। ਮੈਨੂੰ ਗੁੱਸਾ ਕਿਸੇ ਹੋਰ 'ਤੇ ਨਹੀਂ ਹੈ, ਕਿਸਾਨ 'ਤੇ ਨਹੀਂ ਹੈ। ਮੈਂ ਇਹੀ ਕਹਿੰਦਾ ਸੀ ਨਾ ਬਿਠਾਓ। ਅੱਛਾ ਸਰ, ਇੱਕ ਹੁਣ ਚਰਚਾ ਛਿੜੀ ਸੀ ਕਿ ਪਹਿਲਾਂ ਵੀ ਚਰਚਾ ਹੋਈ ਸੀ ਅੱਜ ਤੋਂ ਕੁਝ ਸਮੇਂ ਪਹਿਲਾਂ ਕਿ ਜਥੇਬੰਦੀਆਂ ਨੂੰ ਕੋਲਿੰਗ ਗੱਲ ਕੀਤੀ ਗਈ ਸੀ, ਤੋਰੀ ਗਈ ਸੀ ਕਿ ਵੀ ਮੀਟਿੰਗ ਕਰਾ ਦਿੰਦੇ, ਤੁਸੀਂ ਵੀ ਹੈਗੇ ਸੀ ਵਿੱਚ। ਉਹ ਮੀਟਿੰਗ ਹੋਈ ਕਿਉਂ ਨਹੀਂ ਸੀ? ਜਿਹੜੀ ਮੀਟਿੰਗ ਦੀ ਗੱਲ ਕਰ ਰਹੇ ਹੋ ਵੀ ਪੀਐਮ ਸਾਹਿਬ ਨਾਲ ਮੀਟਿੰਗ ਹੋ ਜਾਏਗੀ, ਤਰੀਕਾਂ ਵੀ ਚੱਲੀਆਂ ਸੀ। ਇਹ ਖਤਮ ਕਰਨਾ ਨਹੀਂ ਸੀ ਚਾਹੁੰਦੇ ਕਾਨੂੰਨ। ਮੈਂ ਉਦੋਂ ਵੀ ਕਹਿੰਦਾ ਸੀ ਵੀ ਰਿਪੀਲ ਵੀ ਕਰ ਦਿਆਂਗੇ, ਫਿਰ ਵੀ ਇਹ ਅੰਦੋਲਨ ਨਹੀਂ ਖਤਮ ਕਰਨਗੇ, ਕਿਉਂਕਿ ਅੰਦੋਲਨ ਇਹਨਾਂ ਦੀ ਖੁਰਾਕ ਆ, ਕਿਸਾਨਾਂ ਦੀ ਨਹੀਂ ਹੈ। ਕਿਸਾਨ ਨੂੰ ਤਾਂ ਗੁੰਮਰਾਹ ਕਰਕੇ ਇਹਨਾਂ ਨੂੰ ਮੌਕਾ ਮਿਲ ਗਿਆ। ਇਸ ਕਰਕੇ ਇਹਨਾਂ ਨੂੰ ਹੁਣ ਪ੍ਰਾਰਥਨਾ ਕਿ ਇਹ ਕੰਮ ਨਾ ਕਰੋ। ਇਹਦੇ 'ਚ ਪੰਜਾਬ ਦਾ ਹਿੱਤ ਨਹੀਂ ਹੈ, ਇਹਦੇ 'ਚ ਦੇਸ਼ ਦਾ ਵੀ ਹਿੱਤ ਨਹੀਂ ਹੈ। ਬਾਕੀ ਤਾਂ ਇਹਨਾਂ ਨੇ ਖੁਦ ਸੋਚਣਾ ਕਿ ਇਹਨਾਂ ਦਾ ਫਿਊਚਰ ਕੀ ਹੈ। ਕੈਪਟਨ ਸਾਹਿਬ ਨਾਲ ਹੁਣ ਕਿਵੇਂ ਜਾਣਗੇ ਬੀਜੇਪੀ? ਹੁਣ ਕੈਪਟਨ ਸਾਹਿਬ ਨੇ ਗੱਲ ਕਹੀ ਸੀ ਕਿ ਕਾਨੂੰਨ ਰੱਦ ਹੁੰਦੇ ਤੇ ਮੈਂ ਸੋਚ ਸਕਦਾ ਕਿ ਸਮਝੌਤਾ ਕੀਤਾ ਜਾ ਸਕਦਾ ਬੀਜੇਪੀ ਨਾਲ। ਦੇਖੋ, ਅਜੇ ਤੱਕ ਤਾਂ ਕੈਪਟਨ ਸਾਹਿਬ ਕੋਈ ਗੱਲ ਨਹੀਂ ਹੋਈ ਤੇ 117 ਦੀ ਤਿਆਰੀ ਕਰ ਰਹੇ ਹਾਂ। ਹਾਈ ਕਮਾਂਡ ਨੇ ਗੱਲ ਕਰਨੀ ਹੈ ਸਾਡੇ, ਕੋਈ ਇੱਕ ਲੈਵਲ ਤੇ ਤਾਂ ਗੱਲ ਨਹੀਂ ਹੁੰਦੀ। ਜੋ ਗੱਲ ਹੋਊਗੀ, ਜੋ ਫੈਸਲਾ ਹੋਊਗਾ ਤੁਹਾਨੂੰ ਦੱਸ ਦਿਆਂਗੇ। ਸਰ, ਸਾਲ ਹੋ ਗਿਆ, ਸਾਲ ਲਗਭਗ 26 ਨਵੰਬਰ ਨੂੰ ਸਾਲ ਹੋ ਜਾਣਾ ਦਿੱਲੀ ਦੀ ਬਦੂਹਾਂ ਤੇ ਕਿਸਾਨਾਂ ਨੂੰ ਗਏ ਨੂੰ। ਇਹ ਚੀਜ਼ਾਂ ਪਹਿਲਾਂ ਵੀ ਹੋਈਆਂ ਜਾ ਸਕਦੀ ਸੀ 6 ਮਹੀਨੇ ਤੱਕ ਜਾਂ 3 ਮਹੀਨੇ ਤੱਕ। ਸਾਲ ਬਾਅਦ 300 ਤੋਂ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਨੇ ਉੱਥੇ ਜਾ ਕੇ। ਇਹ ਪਹਿਲਾਂ ਕਿਉਂ ਨਹੀਂ ਫੈਸਲਾ ਲਿੱਤਾ ਗਿਆ? ਜੇ ਪ੍ਰਧਾਨ ਮੰਤਰੀ ਸਾਹਿਬ ਨੇ ਫੈਸਲਾ ਲੈਣਾ ਸੀ, ਇਹ ਪਹਿਲਾਂ ਵੀ ਲਿਆ ਜਾ ਸਕਦਾ ਸੀ। ਅਰੇ ਭਾਈ, ਕਾਨੂੰਨ ਕਿਸਾਨ ਦੇ ਹਿੱਤ 'ਚ, ਔਰ ਇਹ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਸਮਝਾ ਪਾਏ। ਇਹਦੇ 'ਚ ਕੀ ਹੋ ਗਿਆ? ਤੇ ਫੈਸਲਾ ਤਾਂ, ਇਹ ਤਾਂ ਡੈਮੋਕ੍ਰੇਸੀ ਸਟਰੈਂਥਨ ਹੋਈ ਹੈ। ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ। ਲੋਕਤੰਤਰ 'ਚ ਲੋਕਾਂ ਦੀ ਗੱਲ ਸੁਣਨੀ ਹੁੰਦੀ ਹੈ, ਮੰਨਣੀ ਹੁੰਦੀ ਹੈ। ਜੇ ਕਾਨੂੰਨ ਰੱਦ ਹੋਏ ਨੇ ਤੇ ਹੋਰ ਵੀ ਫਿਰ 370 ਵੀ ਹੈਗੀ ਹੈ। ਸ਼ਹੀਨ ਬਾਗ ਦਾ ਪ੍ਰੋਟੈਸਟ ਵੀ ਹੈਗਾ ਸੀ, NPR, ਫਿਰ ਉਸ 'ਚ ਚਰਚਾ ਹੋ ਸਕਦੀ ਹੈ।
ਉਸ ਤੇ ਗੱਲਬਾਤ ਹੋਊਗੀ ਵੀ ਉਹ ਵੀ ਰੱਦ ਕਰਨੇ ਕਿ ਨਹੀਂ ਕਰਨੇ। ਕੀ ਗੱਲ ਕਰਦੇ ਹੋ ਆ ਸੀਏ ਦੀ ਵਜ੍ਹਾ ਕਰਕੇ ਤਾਂ ਅਫਗਾਨੀ ਸਿੱਖ ਸੁਰੱਖਿਅਤ ਆਏ ਆ, ਇੱਥੇ ਬੀੜਾਂ ਸੁਰੱਖਿਅਤ ਆ ਗਈਆਂ, ਇੱਥੇ ਕ੍ਰਿਸਚੀਅਨ ਸੁਰੱਖਿਅਤ ਆ ਗਏ ਅਫਗਾਨੀ, ਇੱਥੇ ਅਫਗਾਨੀ ਹਿੰਦੂ ਸੁਰੱਖਿਅਤ ਆ ਗਏ, ਤੇ ਉੱਤੇ ਸੀਏ ਦੀ ਵਜ੍ਹਾ ਕਰਕੇ ਹੀ ਆਏ ਆ। ਤੇ ਉਹ ਕਿਉਂ ਹੋਣਗੇ ਜੀ? ਤੇ ਜੰਮੂ 370 ਧਾਰਾ ਉਹ ਵੀ ਕਿਉਂ ਹੋਊਗੀ? ਉਹ ਤੁਸੀਂ ਭਰਾਵਾ ਤੀਲਾਂ ਦੀ ਡੱਬੀ ਲੈ ਕੇ ਨਾ ਫਿਰਿਆ ਕਰੋ, ਤੇ ਕੋਈ ਠੰਡਾ ਵੀ ਛਿੜਕੋ ਕਿਤੇ। ਇਹ ਚੀਜ਼ਾਂ ਚੱਲਦੀਆਂ ਲਗਾਤਾਰ, ਕਿਉਂਕਿ ਇਹ ਬਿਆਨ ਆਉਂਦੇ ਪਏ ਸੀ ਉਸ ਸਮੇਂ ਵੀ ਜੇ ਜੇ 3 ਕਾਨੂੰਨ ਰੱਦ ਹੋ ਗਏ ਤਾਂ ਬਾਕੀ ਤੇ ਵੀ ਫਿਰ ਕਹਿਣਗੇ ਵੀ ਇਹ ਵੀ ਕਾਨੂੰਨ ਰੱਦ ਕਰੋ, ਕਸ਼ਮੀਰ ਵਾਲੇ ਵੀ ਹੈਗੇ ਨੇ। ਕਾਂਗਰਸ ਤਾਂ ਇਹ ਰੌਲਾ ਪਾਉਣਗੇ ਹੀ, ਕਾਂਗਰਸ ਵੀ ਪਾਊਗੀ, ਆਮ ਆਦਮੀ ਵੀ ਪਾਊਗੀ, ਇਹ ਤਿੰਨੋਂ ਹੀ ਦੇਸ਼ ਵਿਰੋਧੀ ਸੰਸਥਾਵਾਂ ਨੇ, ਇਹ ਪਾਉਣਗੇ ਹੀ। ਚਰਚਾ ਤਾਂ ਨਹੀਂ ਹੁੰਦੀ ਜੰਮੂ ਤੇ ਹੁਣ? ਕਾਹਦੀ ਚਰਚਾ ਹੋਣੀ ਹੈ? ਜੋ ਹੈ ਸੋ ਹੈ। ਪੰਜਾਬ ਤੇ ਹੋ ਗਈ ਚਰਚਾ, ਹੁਣ ਆਏਗੀ ਹੋਰ ਜੰਮੂ ਦੀ ਵਾਰੀ। ਕਿਤੇ ਵੀ ਕੋਈ ਚਰਚਾ ਨਹੀਂ ਹੋਈ, ਪੰਜਾਬ ਤੇ ਕੀ ਚਰਚਾ ਹੋਈ ਇਹਦੇ 'ਚ? ਕੋਈ ਚਰਚਾ ਨਹੀਂ ਹੈ। ਜੋ ਕਹਿ ਰਹੇ ਸੀ ਵੀ ਪੰਜਾਬ ਦਾ ਅੰਦੋਲਨ ਹੈ, ਪੂਰੇ ਭਾਰਤ ਦਾ ਅੰਦੋਲਨ ਨਹੀਂ ਹੈਗਾ, ਵੀ ਚਰਚਾ ਹੋਈ ਸੀ ਬੀਜੇਪੀ ਵੱਲੋਂ। ਇਹਦੇ 'ਚ ਕੀ ਹੋ ਗਿਆ? ਅੰਦੋਲਨ ਤਾਂ ਪੰਜਾਬ 'ਚ ਹੀ ਚੱਲਿਆ ਇਹ, ਫਿਰ ਸੱਚੀ ਗੱਲ ਹੈ, ਕੋਈ ਝੂਠੀ ਸੀ। ਬੀਜੇਪੀ ਕੋਈ ਝੂਠ ਨਹੀਂ ਕਹਿੰਦੀ, ਐਸੀ ਕੋਈ ਗੱਲ ਨਹੀਂ ਹੈ, ਸਭ ਠੀਕ ਹੋ ਜਾਏਗਾ। ਆਖਿਰ ਸਵਾਲ ਹੈ ਸਰ, 117 ਸੀਟਾਂ ਤੇ ਲੜੋਗੇ, ਲੱਗਦਾ ਵੀ ਹੁਣ 2022 'ਚ ਜਿੱਤ ਮਿਲ ਜੂਗੀ, ਕਾਨੂੰਨ ਵਾਪਸ ਹੋ ਗਏ ਨੇ? ਉਹ ਜਿੱਤ ਜਾਂ ਹਾਰ ਦੀ ਗੱਲ ਨਹੀਂ, ਉਹ ਅਲੱਗ ਮੁੱਦਾ ਹੈਗਾ, ਇਹ ਅਲੱਗ ਮੁੱਦਾ ਯਾਰ। ਇਹਦੇ ਕਰਕੇ ਕੋਈ ਚੋਣਾਂ 'ਚ ਥੋੜ੍ਹਾ ਲੜਨਾ ਅਸੀਂ, ਚੋਣ ਤਾਂ ਵੈਸੇ ਵੀ ਲੜ ਹੀ ਰਹੇ ਸੀ। ਸਾਡੇ ਕੋਲ ਇੱਕ ਜਗ੍ਹਾ 5 ਕੈਂਡੀਡੇਟ ਪਹਿਲਾਂ ਵੀ ਹੈਗੇ ਆ, ਇਹੀ ਜਿਹੀ ਕੋਈ ਗੱਲ ਨਹੀਂ। ਤੇ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਹਰਜੀਤ ਸਿੰਘ ਗਰੇਵਾਲ, ਬੀਜੇਪੀ ਦੇ ਲੀਡਰ ਨੇ। ਲਗਾਤਾਰ ਇੱਕ ਚੀਜ਼ ਚੱਲਦੀ ਆਈ ਸੀ, ਕਾਨੂੰਨ ਨਹੀਂ ਰੱਦ ਹੋਣਗੇ। ਜਿਸ ਤਰੀਕੇ ਨਾਲ ਪੀਐਮ ਸਾਹਿਬ ਨੇ ਅੱਜ ਲਾਈਵ ਹੋ ਕੇ ਗੱਲ ਕਹੀ ਹੈ ਕਿ 3 ਕਾਨੂੰਨ ਵਾਪਸ ਕਰ ਲਏ ਗਏ ਨੇ। ਹੁਣ ਪਾਰਲੀਮੈਂਟ ਨੂੰ ਦੇਖਣਾ ਹੋਊਗਾ, 29 ਤਰੀਕ ਨੂੰ ਕਿਹਾ ਜਾਂਦਾ ਵੀ ਸੰਸਦ ਵਿੱਚ ਇਹ ਚਰਚਾ ਛਿੜੇਗੀ, ਉੱਥੇ ਕਾਨੂੰਨ ਵਾਪਸ ਹੋ ਜਾਣਗੇ। ਪਰ ਉਸ ਤੋਂ ਪਹਿਲਾਂ ਜਿਵੇਂ ਅਜੀਤ ਸਿੰਘ ਗਰੇਵਾਲ ਕਹਿੰਦੇ ਨੇ ਵੀ ਹੁਣ ਵੀ ਚਰਚਾ 'ਚ ਇਹੀ ਕਹਿ ਨੇ ਕਿ ਕਾਨੂੰਨ ਬਿਲਕੁਲ ਸਹੀ ਨੇ, ਸਮਝਾਉਣ ਵਿੱਚ ਕਨਵਿੰਸ ਨਹੀਂ ਕਰ ਪਾਏ ਕਿਸਾਨਾਂ ਨੂੰ, ਇਸ ਕਰਕੇ ਵਾਪਸ ਲਏ ਗਏ ਨੇ। 1 ਸਾਲ ਦਾ ਸਮਾਂ ਲੱਗ ਗਿਆ, 1 ਸਾਲ ਦੇ ਵਿੱਚ ਬਹੁਤ ਕੁਝ ਵਾਪਰਿਆ। ਬੀਜੇਪੀ ਦੇ ਲੀਡਰਾਂ ਨੂੰ ਲੈ ਲਈਏ, ਕਾਂਗਰਸ ਪਾਰਟੀ ਨੂੰ ਲੈ ਲਈਏ, ਅਲੱਗ-ਅਲੱਗ ਸਿਆਸੀ ਪਾਰਟੀਆਂ ਲੈ ਲਈਏ, ਪਰ ਅਖੀਰ ਵਿੱਚ ਕਾਨੂੰਨ ਜਿਹੜੇ ਨੇ ਵਾਪਸ ਹੋ ਗਏ ਨੇ। ਹੁਣ 29 ਤਰੀਕ ਨੂੰ ਸਿਰਫ ਇੱਕ ਸਾਈਨ ਬਾਕੀ ਰਹਿ ਗਏ ਨੇ, ਇੱਕ ਸੰਸਦ ਵਿੱਚ ਜਾ ਕੇ ਰਾਸ਼ਟਰਪਤੀ ਦੇ ਸਾਈਨ ਹੋਣੇ ਨੇ, ਉਸ ਤੋਂ ਬਾਅਦ ਇਹ ਪੂਰੇ ਤਰੀਕੇ ਦੇ ਨਾਲ ਕਾਨੂੰਨ ਖਤਮ ਹੋ ਜਾਣਗੇ।